दुख इस गल्लों होया कि यार ਇੰਨੀ ਮਿਹਨਤ ਕਰਨ ਵਾਲਾ ਨੌਜਵਾਨ ਇਹਨਾਂ ਦੀ ਪਾਰਟੀ ਦੀ ਖਾਤਰ ਜਦੋਂ ਕਿ ਹਾਲਾਤ ਇਹ ਜਿਹੇ ਨੇ ਕਿ ਅੱਜ ਹਰ ਨੌਜਵਾਨ ਆ ਦੋਨਾਂ ਜਿਹੜੀਆਂ ਪਾਰਟੀਆਂ ਚਾਹੇ ਕਾਂਗਰਸੀ ਹੋਣ ਚਾਹੇ ਬਾਦਲ ਹੋਣ ਉਹਨੂੰ ਗਾਲਾਂ ਕੱਢਦਾ ਹੈ। ਜਦੋਂ ਇੰਨੀ ਨਫ਼ਰਤ ਕਰਦੇ ਨੇ ਨੌਜਵਾਨ ਕਿ ਬੇੜਾ ਗਰਕ ਕਰਤਾ ਇਹਨਾਂ ਨੇ ਪੰਜਾਬ ਦਾ, ਪੰਜਾਬੀਅਤ ਦਾ, ਪੰਜਾਬ ਦੀ ਤੇ ਕੀ ਜਿਹੜੀਆਂ ਟਿਕਟਾਂ ਵੰਡੀਆਂ ਗਈਆਂ ਲਾਏ ਗਏ ਹਲਕਿਆਂ ਦੇ ਇੰਚਾਰਜ ਕਿ ਹਫ਼ਤਾ 10 ਦਿਨ ਠਹਿਰ ਕੇ ਨਹੀਂ ਲੱਗ ਸਕਦੇ। ਅੱਜ ਇਹਨਾਂ ਦੇ ਵੱਡੇ ਵੱਡੇ ਬਿਆਨ ਆ ਜਾਣਗੇ ਤੇ ਜਾਂਚਾਂ ਕਰਾਵਾਂਗੇ, ਪੜਤਾਲਾਂ ਕਰਾਵਾਂਗੇ, ਦੋਸ਼ੀਆਂ ਨੂੰ ਸਜ਼ਾਵਾਂ ਦਵਾਵਾਂਗੇ। ਹੋਣਾ ਕੱਖ ਨਹੀਂ ਇੱਥੇ। ਮਰ ਜਾਂਦਾ ਕਿਸੇ ਦਾ ਮਰ ਜਾਂਦਾ, ਇਹਨਾਂ ਦਾ ਕੀ ਜਾਂਦਾ ਵੀ ਉਹ ਲੋਕ ਨੇ ਜਿਹੜੇ ਮੌਤਾਂ ਦੇ ਵੀ ਸਿਆਸਤ ਕਰਦੇ ਨੇ, ਲਾਸ਼ਾਂ ਦੇ ਉੱਤੇ ਵੀ ਆਪਣੀ ਰਾਜਨੀਤੀ ਕਰਦੇ ਆਏ ਨੇ ਤੇ ਕਰਦੇ ਰਹਿਣਗੇ, ਪਰ ਸਾਨੂੰ ਅਕਲ ਨਹੀਂ ਆਉਣੀ। ਸਮਾਜ ਸੇਵੀ ਲੱਖਾ ਸਿਧਾਣਾ ਨੇ ਵਿੱਕੀ ਮਿੱਡੂ ਖੇੜਾ ਦੀ ਮੌਤ ਤੇ ਪ੍ਰਤੀਕਰਮ ਦਿੱਤਾ ਹੈ। ਇਸ ਮਾਮਲੇ 'ਚ ਸਿਧਾਣਾ ਨੇ ਚਿੰਤਾ ਜ਼ਾਹਿਰ ਕੀਤੀ ਹੈ ਕਿ ਅਜਿਹੀਆਂ ਘਟਨਾਵਾਂ ਆਖਰ ਕਦੋਂ ਖਤਮ ਹੋਣਗੀਆਂ। ਸਿਧਾਣਾ ਨੇ ਪੰਜਾਬ ਦੇ ਅਜਿਹੇ ਹਾਲਾਤ ਬਣਨ ਤੇ ਸਵਾਲ ਚੁੱਕੇ ਨੇ ਕਿ ਆਖਰ ਇਹਨਾਂ ਹਾਲਾਤਾਂ ਦੇ ਜ਼ਿੰਮੇਵਾਰ ਕੌਣ ਨੇ। ਇਸ ਦੌਰਾਨ ਸਿਧਾਣੇ ਨੇ ਰਵਾਇਤੀ ਸਿਆਸੀ ਪਾਰਟੀਆਂ ਤੇ ਵੀ ਨਿਸ਼ਾਨਾ ਸਾਧਿਆ ਹੈ। ਹਾਂਜੀ ਪੰਜਾਬ ਵਾਲਿਓ, ਮੈਂ ਅੱਜ ਜਿਹੜੇ ਮਸਲੇ ਤੇ ਤੁਹਾਡੇ ਨਾਲ ਗੱਲਬਾਤ ਕਰਨ ਜਾ ਰਿਹਾ ਪੰਜਾਬ ਲਈ, ਸਮੁੱਚੀ ਪੰਜਾਬੀਅਤ ਲਈ ਬੜਾ ਗੰਭੀਰ ਮਸਲਾ ਬਣ ਗਿਆ, ਬੜਾ ਚਿੰਤਾਜਨਕ ਮਸਲਾ ਬਣ ਗਿਆ। ਮੈਂ ਪਹਿਲਾਂ ਵੀ ਇਸ ਮਸਲੇ ਉੱਤੇ ਬਹੁਤ ਵਾਰ ਬੋਲਿਆ, ਪਰ ਅੱਜ ਮੈਥੋਂ ਫੇਰ ਨਹੀਂ ਰਿਹਾ ਗਿਆ, ਕਿਉਂਕਿ ਜਦੋਂ ਮੈਂ ਦੇਖਦਾ ਕਿ ਕੋਈ ਪੰਜਾਬ ਦਾ ਪੁੱਤ ਮਰਦਾ ਤੇ ਉਸ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਦੀਆਂ ਜਿਹੜੀਆਂ ਚੀਕਾਂ ਨੇ, ਮਾਵਾਂ ਦੀਆਂ, ਭੈਣਾਂ ਦੇ ਜਿਹੜੇ ਕੀਰਨੇ ਨੇ, ਉਹਨਾਂ ਦਾ ਜਿਹੜਾ ਦੁੱਖ ਆ, ਦਰਦ ਆ, ਜਿਹੜਾ ਹਰ ਉਸ ਇਨਸਾਨ ਦੇ ਹਿਰਦੇ ਨੂੰ ਬਲੁੰਦਰ ਜਾਂਦਾ ਜਿਹੜਾ ਬੰਦਾ ਮਨੁੱਖਤਾ ਪ੍ਰਤੀ, ਇਨਸਾਨੀਅਤ ਪ੍ਰਤੀ ਪਿਆਰ ਕਰਦਾ ਹੈ। ਪੰਜਾਬ ਵਾਲਿਓ, ਆਪਾਂ ਦੇਖ ਰਹੇ ਹਾਂ ਕਿ 10 ਦਿਨ ਨਹੀਂ ਪੈਂਦੇ ਕੋਈ ਨਾ ਕੋਈ ਪੰਜਾਬ ਦਾ ਨੌਜਵਾਨ ਗੋਲੀ ਦਾ ਸ਼ਿਕਾਰ ਹੋ ਰਿਹਾ ਹੈ। ਚਾਹੇ ਕੁਲਵੀਰ ਨਰੂਆਣਾ ਹੋਵੇ, ਚਾਹੇ ਰਾਣਾ ਕੰਦਵਾਲੀਆ ਹੋਵੇ, ਚਾਹੇ ਜਿਹੜਾ ਹੁਣ ਮੁੰਡਾ ਜਿਹਦੀ ਪਰਸੋਂ ਮੌਤ ਹੋਈ ਹੈ ਵਿੱਕੀ ਮਿੱਡੂ ਖੇੜੇ ਵਾਲਾ, ਜਾਂ ਉਦੋਂ ਪਹਿਲਾਂ ਜਿਹੜੇ ਸੈਂਕੜੇ ਨੌਜਵਾਨ ਗੋਲੀ ਰਾਹੀਂ ਮਰੇ ਨੇ। ਤਾਂ ਇਹ ਹਾਲਾਤ ਨੇ ਜਿਹੜੇ ਪੰਜਾਬ ਦੇ ਕਿਉਂ ਬਣ ਗਏ? ਇਹਨਾਂ ਹਾਲਾਤਾਂ ਦੇ ਕੌਣ ਲੋਕ ਜ਼ਿੰਮੇਵਾਰ ਨੇ? ਇਹਨਾਂ ਹਾਲਾਤਾਂ ਦੇ ਜਿਹੜੀ ਪਿੱਛੇ ਕਹਾਣੀ ਆ ਉਹ ਹੈ ਕੀ ਆ? ਇਹਨੂੰ ਸਮਝਣ ਦੀ ਲੋੜ ਹੈ, ਇਹਨੂੰ ਵਿਚਾਰਨ ਦੀ ਲੋੜ ਹੈ। ਅੱਜ ਆਪਾਂ ਦੇਖਦੇ ਹਾਂ ਕਿ ਜਦੋਂ ਇੱਕ ਨੌਜਵਾਨ ਮਰਦਾ ਹੈ, ਉਹਦੀ ਜ਼ਿੰਮੇਵਾਰੀ ਫੇਸਬੁੱਕਾਂ ਉੱਤੇ ਚੱਕ ਲਈ ਜਾਂਦੀ ਹੈ ਕਿ ਹਾਂ ਅਸੀਂ ਮਾਰਿਆ, ਅਸੀਂ ਆਪਣੇ ਫਲਾਣੇ ਭਰਾ ਦਾ ਬਦਲਾ ਲਿਆ। ਫਿਰ ਦੂਜਾ ਗਰੁੱਪ ਅੱਗੇ ਇੱਕ ਪੋਸਟ ਪਾ ਦਿੰਦਾ ਕਿ ਕੋਈ ਗੱਲ ਨਹੀਂ, ਦੇਖੋ, ਉਡੀਕ ਕਰੋ, ਤੁਸੀਂ ਸਾਡਾ ਇੱਕ ਮਾਰਿਆ, ਅਸੀਂ ਤੁਹਾਡੇ 4 ਮਾਰਾਂਗੇ। ਫਿਰ ਕੁਝ ਦਿਨਾਂ ਬਾਅਦ ਕਿਸੇ ਹੋਰ ਨੌਜਵਾਨ ਦੀ ਮੌਤ ਹੁੰਦੀ ਹੈ ਗੋਲੀ ਦੇ ਨਾਲ। ਫਿਰ ਉਹ ਜ਼ਿੰਮੇਵਾਰੀ ਚੱਕ ਲੈਂਦੇ ਨੇ ਕਿ ਲਓ ਅਸੀਂ ਆਪਣੇ ਭਰਾ ਦਾ ਬਦਲਾ ਲੈ ਲਿਆ। ਕਿਹੜੇ ਬਦਲੇ ਆ? ਕਿਹੜੇ ਚੱਕਰਾਂ 'ਚ ਪਏ ਹੋ? ਕੀ ਰੌਲਾ ਕੀ ਹੈ? ਕਾਹਦੇ ਪਿੱਛੇ ਅਸੀਂ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋਏ ਆ? ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਦਾ, ਪਿਛਲਾ ਜਿੰਨਾ ਇਤਿਹਾਸ ਆ ਚੱਕ ਕੇ ਦੇਖ ਲਓ ਕਿ ਜਿਹੜੇ ਵੀ ਇਨਸਾਨ ਨੇ ਕਿਸੇ ਬੰਦੇ ਨੂੰ ਮਾਰਿਆ ਜਾਂ ਮਰਵਾਇਆ, ਉਹ ਕਦੇ ਸੁੱਖ ਦੀ ਨੀਂਦ ਨਹੀਂ ਸੁੱਤਾ ਗਿਆ। ਉਹ ਵੀ ਗੋਲੀ ਦੇ ਸ਼ਿਕਾਰ ਹੋਇਆ, ਉਹ ਵੀ ਉਹੀ ਰਾਹ ਗਿਆ ਜਿਹੜੇ ਨੇ ਜਿਸ ਨੂੰ ਉਹਨੇ ਜਾਂ ਪਹਿਲਾਂ ਤੋਰਿਆ ਹੁੰਦਾ ਜਾਂ ਤਰਵਾਇਆ ਹੁੰਦਾ। ਪਰ ਅਸੀਂ ਇਹ ਕਿਉਂ ਭੁੱਲ ਜਾਂਦੇ ਆ ਵੀ ਅੱਜ ਅਸੀਂ ਕਿਸੇ ਮਾਂ ਦਾ ਪੁੱਤ ਮਾਰ ਰਹੇ ਆ ਯਾਰ, ਤੇ ਕੱਲ ਨੂੰ ਸਾਡਾ ਵੀ ਨੰਬਰ ਆਉਣਾ ਹੈ। ਕਿਵੇਂ ਇੱਕ ਨੌਜਵਾਨ ਦੇ ਗੋਲੀਆਂ ਮਾਰੀਆਂ ਜਾਂਦੀਆਂ, ਕਿਵੇਂ ਵਿਚਾਰਾ ਉਹ ਆਪਣੀ ਜਾਨ ਬਚਾਉਣ ਦੀ ਭੱਜ ਕੇ ਕੋਸ਼ਿਸ਼ ਕਰਦਾ ਪਰ ਨਹੀਂ ਬਚਾ ਸਕਿਆ।
ਕੀ ਰੌਲਾ ਸੀ ਬਈ? ਕੋਈ ਇੱਜ਼ਤ ਦਾ ਰੌਲਾ ਹੈ, ਕੋਈ ਕੁੜੀ ਕਤਰੀ ਦਾ ਰੌਲਾ ਹੈ, ਕੋਈ ਜ਼ਮੀਨ ਦਾ, ਕੋਈ ਵੱਟ ਦਾ, ਕੋਈ ਖਾਲ ਦਾ ਰੌਲਾ ਹੈ? ਰੌਲੇ ਹੈ ਕਾਹਦੇ ਆ ਯਾਰ? ਜਿਹੜੇ ਧੜੇ ਬਣ ਗਏ, ਗਰੁੱਪ ਬਣ ਗਏ, ਬੰਦੇ ਮਾਰੇ ਜਾ ਰਹੇ ਨੇ, ਮਰਵਾਏ ਜਾ ਰਹੇ ਨੇ, ਜ਼ਿੰਮੇਵਾਰੀਆਂ ਚੱਕੀਆਂ ਜਾ ਰਹੀਆਂ ਨੇ। ਰੌਲਾ ਕਿਹਦੀ ਗੱਲ ਦਾ? ਕਦੇ ਇਹ ਵੀ ਪੋਸਟ ਪਾ ਦਿਓ, ਸਾਂਝੀ ਕਰ ਦਿਓ, ਕਦੇ ਇਹ ਵੀ ਲਿਖ ਦਿਓ ਕਿ ਹਾਂ ਬਈ ਸਾਡਾ ਆਹ ਰੌਲਾ ਸੀ, ਇਸ ਨੂੰ ਤਾਂ ਮਾਰਿਆ ਹੈ। ਕਦੇ ਇਕੱਲੇ ਬੈਠ ਕੇ ਨਾ ਧਿਆਨ ਦੇ ਨਾਲ ਅੱਖਾਂ ਖੋਲ ਕੇ, ਦਿਮਾਗ ਖੋਲ ਕੇ ਉਸ ਪਰਿਵਾਰ ਦੇ ਹਾਲਤ ਦੇਖੋ। ਜਿੰਨੇ ਪੰਜਾਬ ਦੇ ਮੁੰਡੇ ਮਰੇ ਨੇ, ਉਹਨਾਂ ਦੇ ਮਾਵਾਂ ਦੇ, ਉਹਨਾਂ ਦੇ ਪਿਓ ਦੇ ਕੀ ਹਾਲਾਤ ਨੇ, ਉਹਨਾਂ ਦੀਆਂ ਘਰ ਵਾਲੀਆਂ ਜਿਹੜੀਆਂ ਵਿਚਾਰੀਆਂ ਜਵਾਨੀ ਦੇ ਵਿੱਚ ਰੰਡੀਆਂ ਹੋ ਗਈਆਂ, ਛੋਟੇ ਛੋਟੇ ਜਵਾਕ ਵਿਚਾਰੇ ਜਿਨ੍ਹਾਂ ਦੇ ਬਾਪ ਦਾ ਸਾਇਆ ਜਿਹੜਾ ਉਹ ਸਿਰ ਤੋਂ ਚਲਿਆ ਗਿਆ। ਕਦੇ ਉਹਨਾਂ ਦੇ ਹਾਲਾਤ ਦੇਖਿਆ, ਕਦੇ ਉਹਨਾਂ ਦੇ ਦੁੱਖ ਦਰਦ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ? ਪਤੰਦਰੋ, ਅੱਜ ਆਓ ਮਾਰਤਾ, ਕੱਲ ਨੂੰ ਆ ਤੁਸੀਂ ਦੇਖ ਲਿਓ। ਆਉਣ ਵਾਲੇ 10-20 ਦਿਨਾਂ ਦੇ ਵਿੱਚ ਕੋਈ ਹੋਰ ਖਬਰ ਆਈ ਪਈ ਹੋਣੀ ਹੈ ਵੀ ਹਾਂ ਜੀ ਹੁਣ ਆਹ ਮੁੰਡਾ ਮਾਰਤਾ, ਹੁਣ ਦੂਜੇ ਗਰੁੱਪ ਨੇ ਜ਼ਿੰਮੇਵਾਰੀ ਲੈ ਲਈ ਵੀ ਅਸੀਂ ਮਾਰਤਾ ਜੀ। ਇਹ ਕਹਾਣੀ ਖੜੂਗੀ ਕਿੱਥੇ ਜਾ ਕੇ? ਇਹਦਾ ਕੋਈ ਅੰਤ ਹੈ? ਅਗਲੀ ਗੱਲ ਆ ਤੁਸੀਂ ਦੇਖ ਲਓ, ਆ ਜਿਹੜੇ ਸਿਆਸਤਦਾਨ ਨੇ ਇਹੀ ਪੈਦਾ ਕਰਦੇ ਨੇ, ਇਹੀ ਆਪਣੇ ਕੰਮਾਂ ਲਈ ਵਰਤਦੇ ਨੇ, ਇਹੀ ਮਰਵਾ ਵੀ ਦਿੰਦੇ ਨੇ। ਆ ਦੇਖੋ, ਕਹਿਰ ਦੀ ਮੌਤ ਸੀ, ਇੱਕ ਨੌਜਵਾਨ ਮਰਿਆ। ਜੇ ਵਿੱਕੀ ਦੀ ਆਪਾਂ ਗੱਲ ਕਰ ਲਈਏ ਤਾਂ ਵਿੱਕੀ ਸੀ ਜਿਹੜਾ ਮਿੱਡੂ ਖੇੜਾ, ਜਿਹੜਾ ਅਕਾਲੀ ਦਲ ਬਾਦਲ ਹੈ, ਇਹਨਾਂ ਦਾ ਬੜੇ ਲੰਬੇ ਸਮੇਂ ਤੋਂ ਮੈਂ ਵਿੱਕੀ ਨੂੰ ਜਾਣਦਾ ਸੀ, ਕਾਫੀ ਲੰਬੇ ਸਮੇਂ ਤੋਂ ਸਾਡਾ ਮਿੱਤਰ ਸੀ ਡੁੱਬਲਾ ਬੜਵਰ। ਉਹਦੇ ਰਾਹੀਂ ਅਸੀਂ ਵੀ, ਸਾਡੀ ਜਾਣ ਪਛਾਣ ਸੀ, ਕਈ ਵਾਰੀ ਵਿੱਕੀ ਨੂੰ ਮਿਲੇ ਵੀ ਆ। ਵਧੀਆ ਚੰਗੇ ਸੁਭਾਅ ਦਾ ਨੌਜਵਾਨ ਸੀ ਯਾਰ, ਹਰ ਇੱਕ ਨਾਲ ਹੱਸ ਕੇ ਮਿਲਣ ਵਾਲਾ ਨੌਜਵਾਨ ਸੀ। ਕਿ ਮੈਂ ਨਹੀਂ ਦੇਖਿਆ ਜੀ ਕਦੇ ਵਿੱਕੀ ਦੇ ਮੱਥੇ ਤੇ ਵੱਟ ਪਿਆ ਹੋਇਆ। ਤਾਂ ਉਸ ਨੌਜਵਾਨ ਨੇ ਸੋਈ ਦਾ ਜਿਹੜਾ ਇਹਨਾਂ ਦੀ ਬਣਾਈ ਹੋਈ SOI ਹੈ, ਬਾਦਲ ਜਥੇਬੰਦੀ ਦੀ, ਇਹਨਾਂ ਦੀ ਪਾਰਟੀ ਦੀ, ਤਾਂ ਉਹਦੇ ਵਿੱਚ ਉਹਨੇ ਬੜੀ ਸਰਗਰਮ ਭੂਮਿਕਾ ਨਿਭਾਈ। ਯੂਨੀਵਰਸਿਟੀ ਦੀਆਂ ਚੋਣਾਂ ਹੋਣ, ਉਹਦੇ ਵਿੱਚ ਉਹਨੇ ਬਹੁਤ ਵਧੀਆ ਭੂਮਿਕਾ ਨਿਭਾ ਕੇ ਸੋਈ ਵੱਲੋਂ ਪ੍ਰਧਾਨ ਵੀ ਬਣਾਇਆ। ਪਹਿਲਾਂ ਸੋਪੂ ਵੱਲੋਂ ਉਹ ਲੜਦੇ ਰਹੇ। ਵਿਦਿਆਰਥੀ ਜਿਹੜੀ ਜਥੇਬੰਦੀਆਂ ਦੀ ਰਾਜਨੀਤੀ ਆ, ਉਹਦੇ ਵਿੱਚ ਵੀ ਬੜਾ ਸਰਗਰਮ ਰਿਹਾ ਵਿੱਕੀ। ਤਾਂ ਦੁੱਖ ਪਤਾ ਕਿਹੜੀ ਗੱਲ ਦਾ ਹੋਇਆ ਕਿ ਪੰਜਾਬ ਦੇ ਨੌਜਵਾਨੋ, ਪੰਜਾਬ ਦੇ ਲੋਕੋ, ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਆਪਣੀ ਅਕਲ ਨੂੰ ਹੱਥ ਮਾਰੋ। ਇਹ ਲੋਕ ਜਿਹੜੇ ਆ ਸਿਆਸੀ ਲੋਕ ਨੇ ਨਾ, ਇਹ ਕਿਸੇ ਦੇ ਸਕੇ ਨਹੀਂ ਆ। ਇਹ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਸਕੇ ਆ? ਜੇ ਸਿੱਧੂ ਦੀ ਪ੍ਰਧਾਨਗੀ ਦਾ ਧਿਆਨ ਰੱਖਿਆ ਜਾਂਦਾ ਹੈ, ਐਕਸੀਡੈਂਟ ਦੇ ਵਿੱਚ 3 ਜਣਿਆਂ ਦੀਆਂ ਮੌਤਾਂ ਹੋ ਜਾਂਦੀਆਂ ਨੇ, ਦੇਖਿਆ ਕਿੱਡਾ ਫਾਹ ਪੈਂਦਾ ਸੀਗਾ ਜੇ 2 ਦਿਨ 4 ਦਿਨ ਹਫ਼ਤਾ 10 ਦਿਨ ਲੇਟ ਰੱਖ ਲੈਂਦੇ ਵੀ ਭਾਈ ਕੋਈ ਗੱਲ ਨਹੀਂ, ਠਹਿਰ ਕੇ ਰੱਖ ਲਾਂਗੇ। ਸਾਡੇ ਜਿਹੜੇ ਇੱਥੇ ਆ ਰਹੇ ਸੀਗੇ ਪ੍ਰਧਾਨਗੀ ਸਮਾਰੋਹ ਦੇ ਵਿੱਚ ਸ਼ਰੀਕ ਹੋਣ ਦੇ ਲਈ, ਉਹਨਾਂ ਦੀ ਮੌਤ ਹੋ ਗਈ। ਪਰ ਨਹੀਂ, ਆ ਵਿੱਕੀ ਦਾ ਦੇਖ ਲਓ, ਉਧਰੋਂ ਉਸ ਨੌਜਵਾਨ ਦਾ ਸੇਵਾ ਕਰ ਰਿਹਾ, ਉਧਰੋਂ ਆ ਬਾਦਲ ਪਰਿਵਾਰ ਟਿਕਟਾਂ ਵੰਡੀ ਜਾਂਦੇ ਆ। 12-13 ਬੰਦੇ ਇਹਨਾਂ ਨੇ ਕੱਲ ਦਾ ਸੰਸਕਾਰ ਸੀਗਾ, ਕੱਲ ਇਹਨਾਂ ਨੇ 12-13 ਬੰਦਿਆਂ ਨੂੰ ਇੰਚਾਰਜ ਲਾਇਆ, ਹਲਕਿਆਂ ਦੇ ਟਿਕਟਾਂ ਦਿੱਤੀਆਂ ਇੱਕ ਹਿਸਾਬ ਦੇ ਨਾਲ, ਲੱਡੂ ਵੰਡੇ ਗਏ, ਫੋਟੋਆਂ ਪਾਈਆਂ ਗਈਆਂ ਸੋਸ਼ਲ ਮੀਡੀਆ ਦੇ ਉੱਤੇ। ਇਹ ਇੰਨਾ ਕੁ ਦੁੱਖ ਮਨਾਉਂਦੇ ਆ। ਕਿਸੇ ਮਾਂ ਦਾ ਪੁੱਤ ਮਰਦਾ ਹੈ, ਕਿਸੇ ਦਾ ਭਰਾ ਮਰਦਾ ਹੈ, ਕਿਸੇ ਦੇ ਘਰ ਵਾਲਾ ਮਰਦਾ ਹੈ, ਇਹਨਾਂ ਨੂੰ ਕੋਈ ਫਰਕ ਨਹੀਂ। ਇਹਨਾਂ ਲਈ ਸਾਡੇ ਪੰਜਾਬ ਦੇ ਨੌਜਵਾਨ ਦੀ ਜਿਹੜੀ ਕੀਮਤ ਹੈ, ਜਿਹੜੀ ਅਹਿਮੀਅਤ ਹੈ, ਉਹ ਸਿਰਫ ਜਿਵੇਂ ਕੋਈ ਟਿੱਡੀ ਜਾਂ ਪਰਪੀਹੀ ਆਪਾਂ ਮਾਰ ਦਿੰਦੇ ਆ, ਜਾਂ ਮੱਛਰ ਕੋਈ ਬੰਦਾ ਮਾਰ ਦਿੰਦਾ, ਜਾਂ ਮੱਖੀ ਮਾਰ ਦਿੰਦਾ, ਇੰਨੀ ਕੀਮਤ ਹੈ ਇਹਨਾਂ ਦੀ ਜ਼ਿੰਦਗੀ ਦੇ ਵਿੱਚ, ਇਹਨਾਂ ਦੀਆਂ ਨਜ਼ਰਾਂ ਦੇ ਵਿੱਚ, ਸਾਡੀਆਂ ਨੌਜਵਾਨਾਂ ਦੀਆਂ ਜ਼ਿੰਦਗੀਆਂ ਦੀਆਂ। ਇੱਥੇ ਅਸੀਂ ਚੱਕ ਕੇ ਦੂੰਬੜਾਂ ਦੇ ਮਗਰ ਲੱਗੇ ਫਿਰਦੇ ਆ, ਆ ਫਲਾਨਾ ਪ੍ਰਧਾਨ ਹੈ ਜੀ,
ਅਮੀਦ ਪ੍ਰਧਾਨ ਹੈ ਜੀ, ਆ ਸੋਈ ਦਾ ਪ੍ਰਧਾਨ ਹੈ ਜੀ, ਆ ਫਲਾਨਾ ਸਾਡਾ ਨੌਜਵਾਨ ਸਭਾ ਬਣੀ ਹੈ ਉਹਦਾ ਪ੍ਰਧਾਨ ਹੈ ਜੀ, ਲਾ ਦਿੰਦਾ ਮਗਰ ਸਾਡੇ ਪੁੱਛਾਂ ਨੌਜਵਾਨਾਂ ਦੇ। ਤੇ ਸਾਡੇ ਨੌਜਵਾਨ ਇੰਨੇ ਨਹੀਂ ਹੁੱਬੇ ਫਿਰਦੇ ਹੁੰਦੇ ਆ ਕਿ ਹਾਂ ਜੀ ਮੈਂ ਬਾਦਲ ਪਾਰਟੀ ਦਾ ਫਲਾਨਾ ਪ੍ਰਧਾਨ ਹੈ, ਫਲਾਨਾ ਚੇਅਰਮੈਨ ਹੈ, ਫਲਾਨਾ ਮੈਂ ਸਕੱਤਰ ਹੈ, ਮੈਂ ਜੀ ਕਾਂਗਰਸ ਪਾਰਟੀ ਦਾ। ਅੱਜ ਮੈਂ ਦੇਖਦਾ ਤਾਂ ਦੁੱਖ ਇਸ ਗੱਲੋਂ ਹੋਇਆ ਕਿ ਯਾਰ ਇੰਨੀ ਮਿਹਨਤ ਕਰਨ ਵਾਲਾ ਨੌਜਵਾਨ ਇਹਨਾਂ ਦੀ ਪਾਰਟੀ ਦੀ ਖਾਤਰ, ਜਦੋਂ ਕਿ ਹਾਲਾਤ ਇਹੋ ਜਿਹੇ ਨੇ ਕਿ ਅੱਜ ਹਰ ਨੌਜਵਾਨ ਆ ਦੋਨਾਂ ਜਿਹੜੀਆਂ ਪਾਰਟੀਆਂ ਚਾਹੇ ਕਾਂਗਰਸੀ ਹੋਣ ਚਾਹੇ ਬਾਦਲ ਵਾਲੇ ਹੋਣ ਉਹਨੂੰ ਗਾਲਾਂ ਕੱਢਦਾ ਅਗਲਾ। ਦਿਲੋਂ ਇੰਨੀ ਨਫ਼ਰਤ ਕਰਦੇ ਨੇ ਨੌਜਵਾਨ ਕਿ ਬੇੜਾ ਗਰਕ ਕਰਤਾ ਇਹਨਾਂ ਨੇ ਪੰਜਾਬ ਦਾ, ਪੰਜਾਬੀਅਤ ਦਾ, ਪੰਜਾਬ ਦੀ ਜਵਾਨੀ ਦਾ। ਇਹਦੇ ਬਾਵਜੂਦ ਇਹਨੇ ਵਿਰੋਧ ਦੇ ਬਾਵਜੂਦ ਵੀ ਇਹੋ ਜਿਹੇ ਨੌਜਵਾਨ ਇਹਨਾਂ ਨਾਲ ਲੱਗ ਕੇ ਤੁਰੇ, ਲੋਕਾਂ ਦੀਆਂ ਗਾਲਾਂ ਵੀ ਖਾਂਦੇ ਨੇ। ਸੱਜਣ ਮਿੱਤਰ ਵੀ ਸਾਡੇ ਵਰਗੇ ਵੀ ਕਹਿੰਦੇ ਰਹਿੰਦੇ ਵੀ ਯਾਰ ਕਿੱਧਰ ਤੁਰ ਪਏ, ਮਾੜੇ ਬੰਦਿਆਂ ਨਾਲ ਕਿਉਂ ਜੁੜ ਗਏ। ਉਹਨਾਂ ਦੀ ਖਾਤਰ ਇੰਨੀ ਮਿਹਨਤ ਕੀਤੀ ਹੋਵੇ ਤੇ ਕੀ ਜਿਹੜੀਆਂ ਟਿਕਟਾਂ ਵੰਡੀਆਂ ਗਈਆਂ, ਲਾਏ ਗਏ ਹਲਕਿਆਂ ਦੇ ਇੰਚਾਰਜ, ਕੀ ਹਫ਼ਤਾ 10 ਦਿਨ ਠਹਿਰ ਕੇ ਨਹੀਂ ਸੀ ਲੱਗ ਸਕਦੇ। ਪਰ ਸਾਨੂੰ ਅਕਲ ਉਕਲ ਨਹੀਂ ਆਉਣੀ। ਇੱਕ ਮਰਿਆ, ਹੋਰ ਮਰਨਗੇ 10 20 50 ਹੋਰ ਮਰਨਗੇ, ਪਰ ਸਾਡੇ ਪੱਲੇ ਗੱਲਾਂ ਨਹੀਂ ਪੈਣ ਵਾਲੀਆਂ। ਠੀਕ ਹੈ, ਪਰ ਹਾਲਾਤ ਬਣੀ ਜਾਂਦੇ ਨੇ, ਪੰਜਾਬ ਦੇ ਹਾਲਾਤ ਤੁਸੀਂ ਦੇਖ ਹੀ ਰਹੇ ਹੋ। ਕੁਲਵੀਰ ਦੀ ਆਪਾਂ ਗੱਲ ਕਰ ਲਈਏ, ਕੁਲਵੀਰ ਵੀ ਕਿਤੇ ਨਾ ਕਿਤੇ ਇਹਨਾਂ ਨਾਲ ਜੁੜਿਆ ਰਿਹਾ, ਬਾਦਲਾਂ ਦੇ ਨਾਲ। ਉਹਦੇ ਵੀ ਦੇਖ ਲਓ ਕਿੰਨਾ ਦੁੱਖ ਮਨਾਇਆ, ਕਿਹੜੀ ਜਾਂਚ ਹੋਈ ਹੈ, ਕਿਹੜੀਆਂ ਪੜਤਾਲਾਂ ਹੋਈਆਂ ਨੇ। ਅੱਜ ਇਹਨਾਂ ਦੇ ਵੱਡੇ ਵੱਡੇ ਬਿਆਨ ਆ ਜਾਣਗੇ ਕਿ ਜਾਂਚਾਂ ਕਰਾਵਾਂਗੇ, ਪੜਤਾਲਾਂ ਕਰਾਵਾਂਗੇ, ਦੋਸ਼ੀਆਂ ਨੂੰ ਸਜ਼ਾਵਾਂ ਦਵਾਵਾਂਗੇ। ਹੋਣਾ ਕੱਖ ਨਹੀਂ ਇੱਥੇ। ਮਰ ਜਾਂਦਾ ਕਿਸੇ ਦਾ, ਮਰ ਜਾਂਦਾ, ਇਹਨਾਂ ਦਾ ਕੀ ਜਾਂਦਾ। ਇਹ ਉਹ ਲੋਕ ਨੇ ਜਿਹੜੇ ਮੌਤਾਂ ਦੇ ਵੀ ਸਿਆਸਤ ਕਰਦੇ ਨੇ, ਲਾਸ਼ਾਂ ਦੇ ਉੱਤੇ ਵੀ ਆਪਣੀ ਰਾਜਨੀਤੀ ਕਰਦੇ ਆਏ ਨੇ ਤੇ ਕਰਦੇ ਰਹਿਣਗੇ। ਪਰ ਸਾਨੂੰ ਅਕਲ ਨਹੀਂ ਆਉਣੀ। ਅਸੀਂ ਐਂ ਬਲੀ ਦੇ ਬੱਕਰੇ ਬਣਨਾ, ਐਂ ਅਸੀਂ ਇਸ ਸਿਆਸਤ ਗੰਦੀ ਦੀ ਭੇਣ ਚੜ੍ਹਦੇ ਰਹਿਣਾ ਸਾਡੇ ਨੌਜਵਾਨਾਂ ਨੇ। ਅਖੀਰ ਤੇ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਕਿ ਭਰਾਵੋ ਇਹ ਛੱਡ ਦਿਓ ਯਾਰ ਕੰਮ, ਇਹ ਚੰਗਾ ਕੰਮ ਨਹੀਂ ਹੈ। ਕਿਉਂ ਅਸੀਂ ਕਿਸੇ ਮਾਂ ਦੀਆਂ ਅੰਦਰਾਂ ਨੂੰ ਬਲੁੰਦਰ ਦਿੰਦੇ ਆ, ਕਿਸੇ ਭੈਣ ਦੇ ਸੁਪਨਿਆਂ ਨੂੰ ਅਸੀਂ ਚਕਨਾਚੂਰ ਕਰ ਦਿੰਦੇ ਆ। ਉਹਨਾਂ ਜਿਉਂਦਿਆਂ 'ਚ ਨਾ ਮਰਿਆਂ 'ਚ। ਯਾਰ ਜਿਹੜਾ ਮਰਦਾ ਬਾਈ ਉਹਨੂੰ ਪਤਾ ਲੱਗਦਾ ਹੈ, ਉਹਦੇ ਪਰਿਵਾਰ ਨੂੰ ਪਤਾ ਲੱਗਦਾ ਹੈ। ਠੀਕ ਹੈ, ਲੋਕਾਂ ਦਾ ਤਮਾਸ਼ਾ ਹੁੰਦਾ ਹੈ, ਕੋਈ ਇਹੋ ਜਿਹੀਆਂ ਮੌਤਾਂ ਤੇ ਕੋਈ ਚੈਨਲ TRP ਵਾਲੇ ਹੁੰਦੇ ਨੇ, ਪੈਸਾ ਕਮਾਉਂਦੇ ਨੇ, ਕੋਈ ਸਿਆਸਤਦਾਨ ਹੁੰਦੇ ਨੇ ਇਹੋ ਜਿਹੀਆਂ ਮੌਤਾਂ ਤੇ ਨੌਜਵਾਨਾਂ ਦੀਆਂ ਤੇ ਆਪਣੀਆਂ ਸਿਆਸੀ ਰੋਟੀਆਂ ਸੇਕਦੇ ਨੇ। ਪਰ ਜਿਹੜੀ ਕੋਈ 25 ਸਾਲ ਦੀ ਜਦੋਂ ਨੌਜਵਾਨ ਮਟਿਆਰ ਰੰਡੀ ਹੁੰਦੀ ਹੈ ਨਾ, ਉਹਦਾ ਦੁੱਖ ਪੁੱਛ ਕੇ ਦੇਖੋ। ਜਦੋਂ ਇੱਕੋ ਇੱਕ ਮਾਂ ਦਾ ਪੁੱਤ ਐ ਭੇਟ ਚੜਦਾ ਤੇ ਉਸ ਬਾਪ ਨੂੰ ਪੁੱਛੋ ਜਿਹਦੇ ਮੋਢਿਆਂ ਦੇ ਉੱਤੇ ਉਸ ਨੌਜਵਾਨ ਪੁੱਤ ਦੀ ਲਾਸ਼ ਜਾਂਦੀ ਹੈ ਸਿਰਾਂ ਨੂੰ, ਉਹਦਾ ਦੁੱਖ ਫਰੋਲ ਕੇ ਦੇਖਿਓ ਕਦੇ। ਬਹੁਤ ਸੌਖਾ ਹੈ ਘੋੜਾ ਦੱਬ ਦੇਣਾ, ਬੰਦੇ ਸੌਖੇ ਨਹੀਂ ਮਿਲਦੇ। ਸਾਡੇ ਤਾਂ ਪਹਿਲੇ ਪੰਜਾਬ 'ਚ ਕਾਲ ਪਿਆ ਇੱਕ ਜਵਾਬ ਸਾਡੇ ਲੋਕਾਂ ਦੇ ਰਹਿ ਗਿਆ। ਉਹ ਸਾਡਾ ਕੋਈ ਚਿੱਟੇ ਨਾਲ ਮਰ ਗਿਆ, ਕੋਈ ਪੁਲਿਸ ਨੇ ਮਾਰਤਾ ਗੋਲੀ ਮਾਰ ਕੇ, ਕੋਈ ਆਪਸ ਵਿੱਚ ਗੈਂਗਵਾਰ ਦੇ ਵਿੱਚ ਆਪਸੀ ਦੁਸ਼ਮਣੀਆਂ ਦੇ ਵਿੱਚ ਜਿਹੜਾ ਇੱਕ ਦੂਜੇ ਨੂੰ ਮਰਾਈ ਜਾਂਦੇ ਆ। ਇੱਕ ਗੱਲ ਮੈਂ ਤੁਹਾਨੂੰ ਅਖੀਰ ਤੇ ਇਹ ਕਹੂੰਗਾ ਕਿ ਭੁੱਲ ਜਾਓ ਇਹ ਗੱਲ ਵੀ ਅੱਜ ਤੁਸੀਂ ਇੱਕ ਇਨਸਾਨ ਦੀ ਜ਼ਿੰਦਗੀ ਖੋ ਰਹੇ ਹੋ, ਇੱਕ ਪਰਿਵਾਰ ਨੂੰ ਖਤਮ ਕਰ ਰਹੇ ਹੋ। ਇੱਕ ਪਰਿਵਾਰ ਨੇ ਕਈ ਪਰਿਵਾਰ ਮਰਦੇ ਨੇ ਉਸ ਇਨਸਾਨ ਦੇ ਨਾਲ। ਉਹਦੀ ਮਾਂ, ਉਹਦੇ ਘਰ ਵਾਲਾ, ਉਹਦਾ ਗਾਂ ਸਹੁਰਾ ਪਰਿਵਾਰ, ਕਿੰਨੇ ਉਹਦੇ ਸੱਜਣ ਮਿੱਤਰ ਨਾਲ ਜੁੜੇ ਹੁੰਦੇ ਨੇ, ਉਹਦੇ ਚਾਚੇ ਤਾਏ, ਉਹਦੇ ਹੋਰ ਜਿੰਨੇ ਰਿਸ਼ਤੇਦਾਰ ਨੇ, ਕਿੰਨੇ ਬੰਦੇ ਮਰ ਜਾਂਦੇ ਨੇ ਇੱਕ ਬੰਦੇ ਦੇ ਮਰਨ ਦੇ ਨਾਲ। ਸੋ ਭੁਲੇਖਾ ਕੱਢ ਦਿਓ ਕਿ ਅਸੀਂ ਬੰਦੇ ਮਾਰ ਕੇ ਨਾਂ ਚਲਾ ਲਾਂਗੇ। ਨਾਂ ਨੂੰ ਇੱਥੇ ਕਿਹਦੇ ਚੱਲੇ ਆ ਤੇ ਕਿਹਦੇ ਚੱਲਣੇ ਆ, ਕਿੰਨੇ ਹੀ ਇੱਥੇ ਆਏ ਤੇ ਕਿੰਨੇ ਹੀ ਗਏ ਨਾਮਾਂ ਵਾਲੇ। ਆਪ ਚੱਕ ਕੇ ਦੇਖ ਲਿਓ, ਜੇ ਅੱਜ ਤੁਸੀਂ ਮਾਮਾ ਦੇ ਕੋਈ ਪੁੱਤ ਮਾਰੋਗੇ ਤਾਂ ਹਸ਼ਰ ਤੁਹਾਡਾ ਵੀ ਇਹੀ ਹੋਣਾ। ਤੁਹਾਨੂੰ ਬੇਨਤੀ ਕਰਦਾ ਕਿ ਮੇਰਾ ਵੀਰ ਇਹ ਕੰਮ ਨੂੰ ਬੰਦ ਕਰ ਦਿਓ ਯਾਰ। ਨਾ ਆਪਾਂ ਇੱਕ ਦੂਜੇ ਨੂੰ ਇਸ ਤਰ੍ਹਾਂ ਮਰੀਏ ਮਰਾਈਏ।
ਨਾ ਇਸ ਤਰ੍ਹਾਂ ਦੀਆਂ ਕਹਾਣੀਆਂ ਬਣਨ। ਲੱਖਾ ਸਿਧਾਣਾ ਨੇ ਪੰਜਾਬ ਦੇ ਨੌਜਵਾਨਾਂ ਨੂੰ ਅਜਿਹੇ ਕੰਮਾਂ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਹੈ। ਦੱਸਦੀ ਕਿ ਬੀਤੇ ਦਿਨੀ ਯੂਥ ਅਕਾਲੀ ਆਗੂ ਵਿੱਕੀ ਮਿੱਡੂ ਖੇੜਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਬਿਊਰੋ ਰਿਪੋਰਟ D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ। ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ, ਐਤਵਾਰ ਸਵੇਰੇ 7 ਤੋਂ 8 ਵਜੇ ਤੱਕ D5 ਚੈਨਲ ਪੰਜਾਬੀ ਤੇ।